ਸਾਕਾ ਨਵੰਬਰ 1984। ਹਿੰਦੂ ਤਵ ਦਾ ਮਹਾਤਾਂਡਵ। ਉਹ 7 ਜਨਮਾਂ ਦੀ ਸਰਾਪੀ ਤੇ ਬਦ ਬਖਤ ਰਾਤ ਮੈਨੂੰ ਕਦੇ ਨਹੀਂ ਭੁੱਲਣੀ। ਉਹ ਧੂਆਂ ਮੈਨੂੰ ਕਦੇ ਵੀ ਨਹੀਂ ਭੁੱਲੇਗਾ। ਮੈਂ ਜਿਨ੍ਹਾਂ ਬਾਲਾਂ ਦੇ ਮਲੂਕ ਜਿਸਮਾਂ ਨੂੰ ਖਾਮੋਸ਼ ਨੀਲੇ ਅੰਬਰ ਦੇ ਹੇਠਾਂ ਧੂਏ ਦੇ ਕੁੰਡਲਾਂ ਵਿੱਚ ਤਬਦੀਲ ਹੁੰਦਾ ਵੇਖਿਆ ਸੀ, ਉਹਨਾਂ ਦੇ ਕੋਮਲ ਮੁਖੜੇ ਮੈਨੂੰ ਕਦੀ ਵੀ ਨਹੀਂ ਭੁੱਲਣੇ। ਰਾਤ ਦੀ ਉਹ ਖਾਮੋਸ਼ੀ ਮੈਨੂੰ ਕਦੇ ਵੀ ਨਹੀਂ ਭੁੱਲਣੀ, ਜਿਸ ਨੇ ਮੇਰੇ ਕੋਲੋਂ ਸਦੀਵੀ ਤੌਰ ਤੇ ਜਿਉਣ ਦੀ ਤਮੰਨਾ ਖੋਹ ਲਈ ਸੀ। ਉਹ ਘੜੀ ਮੈਨੂੰ ਕਦੇ ਵੀ ਨਹੀਂ ਭੁੱਲਣੀ, ਜਿਸ ਨੇ ਮੇਰੇ ਖੁਦਾ ਤੇ ਮੇਰੀ ਆਤਮਾ ਦਾ ਖੂਨ ਕਰ ਦਿੱਤਾ ਸੀ ਅਤੇ ਮੇਰੇ ਸੁਪਨਿਆਂ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਸੀ। ਮੈਨੂੰ ਭਾਵੇਂ ਖੁਦ ਰੱਬ ਦੀ ਉਮਰ ਜਿੰਨੀ ਦੀਰਘ ਉਮਰ ਵੀ ਕਿਉਂ ਨਾ ਭੋਗਣੀ ਪਵੇ, ਇਹ ਚੀਜ਼ਾਂ ਮੈਨੂੰ ਕਦੇ ਨਹੀਂ ਭੁੱਲਣੀਆਂ, ਕਦੇ ਵੀ ਨਹੀਂ। ਐਲੀ ਵੀਜ਼ਲ, ਨੋਬਲ ਇਨਾਮ ਜੇਤੂ ਯਹੂਦੀ ਲੇਖਕ, ਜਿਸ ਨੇ ਨਾਜ਼ੀਆਂ ਦੇ ਤਸੀਹਾ ਕੇਂਦਰਾਂ ਵਿੱਚ ਯਹੂਦੀਆਂ ਉੱਤੇ ਢਾਹੇ ਗਏ ਜ਼ੁਲਮਾਂ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਅਤੇ ਕਲਮਬੰਦ ਕੀਤਾ ਸੀ। 31 ਅਕਤੂਬਰ 1984 ਦੀ ਸ਼ਾਮ ਨੂੰ ਰਾਸ਼ਟਰਪਤੀ ਭਵਨ ਦੇ ਅਸ਼ੋਕਾ ਹਾਲ ਅੰਦਰ, ਜਿਸ ਵੇਲੇ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਹਲਫ ਲੈ ਰਿਹਾ ਸੀ, ਉਸ ਵੇਲੇ ਤੱਕ ਦੇਸ਼ ਦੀ ਰਾਜਧਾਨੀ ਅੰਦਰ ਹਿੰਦੂ ਭੀੜਾਂ ਵੱਲੋਂ ਸਿੱਖਾਂ ਉੱਤੇ ਵਿਆਪਕ ਪੱਧਰ ਤੇ ਹਮਲੇ ਹੋਣੇ ਸ਼ੁਰੂ ਹੋ ਚੁੱਕੇ ਸਨ। ਸਿੱਖਾਂ ਨੂੰ ਉਹਨਾਂ ਦੇ ਨਿੱਜੀ ਵਾਹਨਾਂ ਤੇ ਬੱਸਾਂ ਤੋਂ ਲਾ ਕੇ ਸ਼ਰੇਆਮ ਸੜਕਾਂ ਉੱਤੇ ਕੁਟਾਪਾ ਚਾੜਿਆ ਜਾ ਰਿਹਾ ਸੀ। ਉਹਨਾਂ ਦੀਆਂ ਕਾਰਾਂ, ਸਕੂਟਰਾਂ ਨੂੰ ਰੋਕ ਕੇ ਅੱਗਾਂ ਲਾਈਆਂ ਜਾ ਰਹੀਆਂ ਸਨ। ਸੜਕਾਂ ਉੱਤੇ ਉਹਨਾਂ ਦੀਆਂ ਪੱਗਾਂ ਲਾਈਆਂ ਤੇ ਸਾੜੀਆਂ ਜਾ ਰਹੀਆਂ ਸਨ। ਜਿਵੇਂ ਜਿਵੇਂ ਸਮਾਂ ਲੰਘਦਾ ਗਿਆ, ਤਿਵੇਂ ਸਿੱਖਾਂ ਵਿਰੁੱਧ ਫਿਰਕੂ ਨਫ਼ਰਤ ਤੇ ਦੁਸ਼ਮਣੀ ਦੀ ਅੱਗ ਨਵੇਂ ਖੇਤਰਾਂ ਤੱਕ ਫੈਲਦੀ ਚਲੀ ਗਈ ਅਤੇ ਇਸ ਵਿੱਚ ਕਰੂਰਤਾ ਤੇ ਕਰੂਪਤਾ ਦੀ ਮਾਤਰਾ ਲਗਾਤਾਰ ਵੱਧਦੀ ਚਲੀ ਗਈ। 31 ਅਕਤੂਬਰ 1984 ਦੀ ਸ਼ਾਮ ਨੂੰ ਸਿੱਖਾਂ ਦੀ ਕੁੱਟਮਾਰ ਤੇ ਉਹਨਾਂ ਦੇ ਵਾਹਨਾਂ ਦੀ ਸਾੜ ਫੂਕ ਤੋਂ ਸ਼ੁਰੂ ਹੋਇਆ ਅਮਲ ਅਗਲੇ ਦਿਨ ਉਹਨਾਂ ਦੀ ਵਿਸ਼ਾਲ ਪੱਧਰ ਤੇ ਕਤਲੋ ਗਾਰਤ ਵਿੱਚ ਤਬਦੀਲ ਹੋ ਗਿਆ ਸੀ। ਸਿੱਖ ਵਿਰੋਧੀ ਫਿਰਕੂ ਹਿੰਸਾ ਦੀ ਇਸ ਅੱਗ ਨੇ ਉੱਤਰੀ ਤੇ ਮੱਧ ਭਾਰਤ ਦੇ ਲਗਭਗ 80 ਸ਼ਹਿਰਾਂ ਕਸਬਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਇਹ ਸਿਲਸਿਲਾ 3 ਦਿਨਾਂ ਤੱਕ ਬੇਰੋਕ ਤੇ ਬੇਟੋਕ ਚੱਲਦਾ ਰਿਹਾ। ਇਹਨਾਂ 3 ਦਿਨਾਂ ਵਿੱਚ ਦੇਸ਼ ਅੰਦਰ 10,000 ਦੇ ਕਰੀਬ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਕੱਲੀ ਦਿੱਲੀ ਅੰਦਰ ਹੀ ਹਿੰਦੂ ਹਜ਼ੂਮਾਂ ਦੁਆਰਾ 4,000 ਦੇ ਲਗਭਗ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਸਿੱਖਾਂ ਦੇ 2,000 ਤੋਂ ਵੱਧ ਟਰੱਕਾਂ ਤੇ ਟੈਕਸੀਆਂ ਕਾਰਾਂ ਨੂੰ ਅੱਗਾਂ ਲਾ ਕੇ ਸਾੜ ਦਿੱਤਾ ਗਿਆ। ਕੁੱਲ ਮਿਲਾ ਕੇ ਸਿੱਖਾਂ ਦੀ ਤਕਰੀਬਨ 3 ਅਰਬ ਭਾਵ 300 ਕਰੋੜ ਰੁਪਏ ਦੀ ਜਾਇਦਾਦ ਲੁੱਟੀ ਜਾਂ ਸਾੜ ਸੁੱਟੀ ਗਈ। ਦਿੱਲੀ ਅੰਦਰ 50,000 ਤੋਂ ਵੱਧ ਸਿੱਖ ਬੇਘਰ ਹੋ ਕੇ ਰਿਫਿਊਜੀ ਕੈਂਪਾਂ ਅੰਦਰ ਸ਼ਰਨ ਲੈਣ ਲਈ ਮਜਬੂਰ ਹੋ ਗਏ। 20 ਤੋਂ ਲੈ ਕੇ 30,000 ਤੱਕ ਸਿੱਖ ਪਰਿਵਾਰ ਦਿੱਲੀ ਛੱਡ ਕੇ ਪੰਜਾਬ ਜਾਂ ਹੋਰਨਾਂ ਥਾਵਾਂ ਤੇ ਚਲੇ ਗਏ। ਇਸ ਖੂਨੀ ਵਰਤਾਰੇ ਨੇ ਸਮੁੱਚੇ ਸਿੱਖ ਜਗਤ ਨੂੰ ਅਤੀ ਗਹਿਰੇ ਸਦਮੇ, ਸੋਗ ਤੇ ਦੁੱਖ ਵਿੱਚ ਡੁਬੋ ਦਿੱਤਾ ਸੀ। ਸਿੱਖਾਂ ਦੀਆਂ ਅਜੋਕੀਆਂ ਪੁਸ਼ਤਾਂ ਨੇ ਆਪਣੇ ਉੱਤੇ ਅਜਿਹਾ ਖੂਨੀ ਕਹਿਰ ਢਹਿੰਦਾ ਕਦੇ ਨਹੀਂ ਸੀ ਵੇਖਿਆ। ਇਸ ਬਾਰੇ ਉਹਨਾਂ ਨੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਹੀ ਪੜ੍ਹਿਆ ਸੀ ਜਾਂ ਇਸ ਕਿਸਮ ਦੀਆਂ ਸਾਖੀਆਂ ਉਹਨਾਂ ਢਾਡੀਆਂ ਤੇ ਕਥਾਕਾਰਾਂ ਕੋਲੋਂ ਸੁਣੀਆਂ ਸਨ। ਸਿੱਖਾਂ ਦੀ ਸਿਮਰਤੀ ਅੰਦਰ ਅਜਿਹੇ ਵਹਿਸ਼ੀ ਜ਼ੁਲਮਾਂ ਦੀ ਗੱਲ ਮੁਗਲਾਂ ਦੇ ਰਾਜ ਨਾਲ ਜੁੜੀ ਹੋਈ ਸੀ, ਜਿਸ ਦਾ ਜ਼ਿਕਰ ਅਰਦਾਸ ਵਿੱਚ ਹਰ ਰੋਜ਼ ਸਵੇਰ ਆਥਣ ਕੀਤਾ ਜਾਂਦਾ ਹੈ। ਅੰਗਰੇਜ਼ਾਂ ਦੀ ਗੁਲਾਮੀ ਦੇ 100 ਸਾਲ ਲੰਬੇ ਦੌਰ ਅੰਦਰ ਵੀ ਸਿੱਖਾਂ ਨਾਲ ਅਜਿਹੀ ਮੰਦ ਹੋਣੀ ਕਦੇ ਨਹੀਂ ਸੀ ਵਾਪਰੀ। ਬਰਤਾਨਵੀ ਹਾਕਮਾਂ ਦੇ ਜ਼ੁਲਮਾਂ ਦੀ ਧਾਰ ਉਹਨਾਂ ਸਿੱਖ ਤੱਤਾਂ ਜਾਂ ਵਰਗਾਂ ਦੇ ਵਿਰੁੱਧ ਹੀ ਸਿੱਧਤ ਹੁੰਦੀ ਸੀ, ਜਿਹੜੇ ਉਹਨਾਂ ਦੇ ਬਸਤੀਆਨਾ ਰਾਜ ਨੂੰ ਚੁਣੌਤੀ ਦੇਣ ਦੀ ਗੁਸਤਾਖੀ ਕਰਦੇ ਸਨ। ਉਹਨਾਂ ਨੇ ਕਦੇ ਵੀ ਸਮੁੱਚੀ ਸਿੱਖ ਕੌਮ ਨੂੰ ਇੱਕ ਵਾਢਿਓਂ ਦੁਸ਼ਮਣ ਕਰਾਰ ਦੇ ਕੇ ਉਹਨਾਂ ਦੇ ਸਮੂਹਕ ਕਤਲੇਆਮ ਦੀ ਮੁਹਿੰਮ ਨਹੀਂ ਸੀ ਵਿੱਢੀ। ਮੁਗਲ ਰਾਜ ਤੋਂ ਬਾਅਦ ਸਿੱਖਾਂ ਨੂੰ ਨਵੰਬਰ 1984 ਵਿੱਚ
ਪਹਿਲੀ ਵਾਰ ਅਜਿਹੀ ਫਿਰਕੂ ਨਫ਼ਰਤ ਤੇ ਦੁਸ਼ਮਣੀ ਦਾ ਸਾਹਮਣਾ ਕਰਨਾ ਪਿਆ ਸੀ। ਦੋ ਗੱਲਾਂ ਕਰਕੇ ਸਿੱਖਾਂ ਲਈ ਇਹ ਸੱਟ ਚੱਲਣੀ ਵਧੇਰੇ ਅਸਹਿ ਤੇ ਦੁਖਦਾਈ ਹੋ ਗਈ ਸੀ। ਇੱਕ ਤਾਂ ਇਹ ਮਹਾਪਾਪ ਮੱਧ ਯੁੱਗ ਵਿੱਚ ਨਹੀਂ, ਅਜੋਕੇ ਜਮਹੂਰੀਅਤ ਦੇ ਯੁੱਗ ਵਿੱਚ ਵਾਪਰਿਆ ਸੀ। ਦੂਜਾ, ਇਹ ਅਨਰਥ ਢਾਉਣ ਵਾਲੇ ਕੋਈ 7 ਬਗਾਨੇ ਨਹੀਂ ਸਨ, ਆਪਣੇ ਹੀ ਦੇਸ਼ ਭਾਈ ਸਨ। ਸਿੱਖ ਜਿਨ੍ਹਾਂ ਨੂੰ ਜਾਤੀ, ਧਰਮ ਤੇ ਸੱਭਿਆਚਾਰ ਦੇ ਨਾਤਿਓਂ ਆਪਣੇ ਸਭ ਤੋਂ ਨੇੜਲੇ ਸੰਬੰਧੀ ਸਮਝਦੇ ਆ ਰਹੇ ਸਨ। ਸੋ ਆਪਣਿਆਂ ਹੱਥੋਂ ਹੋਏ ਇਸ ਅਨਰਥ ਨੇ ਸਿੱਖਾਂ ਨੂੰ ਮਾਨਸਿਕ ਤੌਰ ਤੇ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ। ਇਸ ਕੌੜੇ ਯਥਾਰਥ ਨੂੰ ਇਸ ਦੇ ਸ਼ੁੱਧ ਸੁੱਚੇ ਰੂਪ ਵਿੱਚ ਪ੍ਰਵਾਨ ਕਰਨਾ ਸਿੱਖਾਂ ਲਈ ਵੱਡੀ ਮਨੋਵਿਗਿਆਨਕ ਔਕੜ ਬਣ ਗਈ ਸੀ। ਇਸ ਵਰਤਾਰੇ ਨੂੰ ਲੈ ਕੇ ਉਹਨਾਂ ਦੇ ਮਨਾਂ ਅੰਦਰ ਕਈ ਸਾਰੇ ਵਿਖਮ ਸਵਾਲ ਖੜੇ ਹੋ ਗਏ ਸਨ। ਆਖਰਕਾਰ ਉਹ ਕਿਹੜੀ ਗੱਲ ਜਾਂ ਵਜ੍ਹਾ ਹੋ ਸਕਦੀ ਸੀ ਜਿਸ ਨੇ ਹਿੰਦੂ ਭੀੜਾਂ ਨੂੰ ਸਿੱਖਾਂ ਨਾਲ ਅਜਿਹਾ ਦੁਸ਼ਮਣਾਨਾ ਤੇ ਜ਼ਾਲਮਾਨਾ ਵਰਤਾਓ ਕਰਨ ਲਈ ਉਤੇਜਿਤ ਕਰ ਦਿੱਤਾ ਸੀ? ਕਿ ਇਹ ਆਪ ਮੁਹਾਰਾ ਜਨਤਕ ਰੋਹ ਸੀ ਜੋ ਹਿੰਦੂ ਜਨਤਾ ਦੇ ਮਨਾਂ ਵਿੱਚ ਇੰਦਰਾ ਗਾਂਧੀ ਦੇ ਕਤਲ ਦੇ ਦਰਦ ਵਿੱਚੋਂ ਉਪਜਿਆ ਸੀ, ਜਾਂ ਹਿੰਦੂ ਮਨ ਦੇ ਅੰਦਰ ਸਿੱਖ ਦੁਸ਼ਮਣੀ ਦਾ ਚੋਰ ਕਿਤੇ ਚਰੋਕਣਾ ਦੜ ਵੱਟ ਕੇ ਬੈਠਾ ਹੋਇਆ ਸੀ ਅਤੇ ਇੰਦਰਾ ਗਾਂਧੀ ਦੇ ਕਤਲ ਨਾਲ ਹਿੰਦੂ ਵਰਗ ਨੂੰ ਸਿੱਖ ਭਾਈਚਾਰੇ ਉੱਤੇ ਆਪਣਾ ਇਹ ਫਿਰਕੂ ਡੰਗ ਚਲਾਉਣ ਦਾ ਸੁਖਾਲਾ ਬਹਾਨਾ ਮਿਲ ਗਿਆ ਸੀ। ਇਸ ਖੂਨੀ ਵਰਤਾਰੇ ਦੇ ਪਿੱਛੇ ਕੰਮ ਕਰਦੇ ਤੱਥਾਂ ਤੇ ਤਾਕਤਾਂ ਬਾਰੇ ਸਿੱਖਾਂ ਦੇ ਮਨਾਂ ਅੰਦਰ ਵੱਡਾ ਭੰਬਲ ਭੂਸਾ ਪੈਦਾ ਹੋ ਗਿਆ ਸੀ। 1/4 ਸਦੀ ਗੁਜ਼ਰ ਜਾਣ ਦੇ ਬਾਵਜੂਦ ਇਹ ਭੰਬਲ ਭੂਸਾ ਮੂਲ ਰੂਪ ਵਿੱਚ ਅਜੇ ਵੀ ਜਿਉਂਦਾ ਤਿਉਂ ਬਣਿਆ ਹੋਇਆ ਹੈ। ਉਹੀ ਵਿਖਮ ਸਵਾਲ ਅੱਜ ਵੀ ਸਿੱਖਾਂ ਦੇ ਮਨਾਂ ਅੰਦਰ ਛਿਲਤਰਾਂ ਵਾਂਗ ਖੁੱਭੇ ਪਏ ਹਨ। ਪਿਛਲੇ 25 ਸਾਲਾਂ ਦੇ ਦੌਰਾਨ ਇਸ ਖੂਨੀ ਸਾਕੇ ਬਾਰੇ ਢੇਰ ਸਾਰੇ ਤੱਥ ਸਾਹਮਣੇ ਆ ਚੁੱਕੇ ਹਨ। ਇਸ ਬਾਰੇ ਸਿੱਖ ਤੇ ਗੈਰ ਸਿੱਖ ਦੋਨੋਂ ਹੀ ਵਰਗਾਂ ਦੇ ਵਿਦਵਾਨਾਂ ਦੁਆਰਾ ਅਨੇਕਾਂ ਕਿਤਾਬਾਂ ਤੇ ਲਿਖਤਾਂ ਲਿਖੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਅੰਦਰ ਇਸ ਵਰਤਾਰੇ ਨਾਲ ਜੁੜੇ ਹੋਏ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਯਤਨ ਕੀਤੇ ਗਏ ਹਨ। ਪਰ ਕਿਉਂਕਿ ਸੱਚ ਜਿੰਨਾ ਵੇਖਣ ਨੂੰ ਪ੍ਰਤੀਤ ਹੁੰਦਾ ਹੈ ਉਸ ਨਾਲੋਂ ਕਿਤੇ ਜ਼ਿਆਦਾ ਡਰਾਉਣਾ ਹੈ, ਇਸ ਕਰਕੇ ਜ਼ਿਆਦਾਤਰ ਵਿਦਵਾਨਾਂ ਤੇ ਲਿਖਾਰੀਆਂ ਵੱਲੋਂ ਸੱਚ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਣ ਤੋਂ ਕਿਤੇ ਅਚੇਤ ਰੂਪ ਵਿੱਚ ਤੇ ਕਿਤੇ ਸੁਚੇਤ ਪੱਧਰ ਤੇ ਟਾਲਾ ਵੱਟਿਆ ਗਿਆ ਹੈ। ਲੇਖਕ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।